ਇਹ ਵੀਡੀਓ 5ਵੀਂ ਜਮਾਤ ਦੇ ਪੰਜਾਬੀ ਦੂਜੀ ਭਾਸ਼ਾ ਦੇ ਵਿਦਿਆਰਥੀਆਂ ਲਈ ਹੈ। ਇਸ ਵੀਡੀਓ ਵਿੱਚ ਅਸੀਂ 6ਵੇਂ ਪਾਠ ਕੌਮ ਦੀ ਸੇਵਾਦਾਰ, ਜੋ ਕਿ ਇੱਕ ਕਵਿਤਾ ਹੈ, ਨੂੰ ਪੜ੍ਹਾਂਗੇ ਅਤੇ ਇਸ ਦੇ ਪਾਠ ਅਭਿਆਸ ਨੂੰ ਹੱਲ ਕਰਾਂਗੇ। ਇਹ 5ਵੀਂ ਜਮਾਤ ਦੀ ਪੰਜਾਬੀ ਦੂਜੀ ਭਾਸ਼ਾ ਦੀ ਪਾਠ ਪੁਸਤਕ ਹੈ, ਪੰਜਾਬੀ ਪੁਸਤਕ 5, ਜਿਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪਿਆ ਗਿਆ ਹੈ। ਇਸ ਪੁਸਤਕ ਵਿੱਚ ਕੁੱਲ 20 ਪਾਠ ਹਨ। ਇਹਨਾਂ ਵਿੱਚੋਂ ਅੱਜ ਅਸੀਂ 6ਵੇਂ ਪਾਠ ਕੌਮ ਦੀ ਸੇਵਾਦਾਰ, ਜੋ ਕਿ ਇੱਕ ਕਵਿਤਾ ਹੈ ਧਨਵੰਤ ਸਿੰਘ ਸੀਤਲ ਦੁਆਰਾ ਲਿਖੀ ਹੋਈ, ਨੂੰ ਪੜ੍ਹਾਂਗੇ ਅਤੇ ਇਸ ਦੇ ਪਾਠ ਅਭਿਆਸ ਨੂੰ ਹੱਲ ਕਰਾਂਗੇ। ਆਓ ਸ਼ੁਰੂ ਕਰਦੇ ਹਾਂ। ਉਜਲੇ ਚਿੱਟੇ ਬਸਤਰ ਪਾਈ, ਪਰੀ ਲੋਕ ਪਰੀ ਜਿਵੇਂ ਕੋਈ ਅਰਸ਼ੋਂ ਆਈ, ਹਰਦਮ ਤਾਜ਼ਾ ਨਵੀਂ ਨਕੋਰ, ਤੁਰਤ ਫੁਰਤ ਹੈ ਇਸ ਦੀ ਤੋਰ। ਕਵੀ ਕੀ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਜਦੋਂ ਉਹ ਆਉਂਦੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਫ਼ ਸੁਥਰੇ ਚਿੱਟੇ ਕੱਪੜੇ ਪਾ ਕੇ, ਚਿੱਟੇ ਬਸਤਰ ਪਾ ਕੇ, ਚਿੱਟੀ ਪੋਸ਼ਾਕ ਪਾ ਕੇ ਕੋਈ ਪਰੀ ਆਕਾਸ਼ ਤੋਂ ਉਤਰ ਆਈ ਹੈ। ਭਾਵ ਜਿਸ ਦੀ ਕਵੀ ਗੱਲ ਕਰ ਰਿਹਾ ਹੈ ਕਿ ਜਦੋਂ ਉਹ ਆਉਂਦੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਅਰਸ਼ੋਂ ਭਾਵ ਆਕਾਸ਼ ਤੋਂ ਪਰੀ ਉਤਰ ਆਈ ਹੈ, ਕਿਉਂਕਿ ਉਸਦੇ ਜਿਹੜੇ ਕੱਪੜੇ ਹਨ, ਉਸਦੀ ਜੋ ਪੋਸ਼ਾਕ ਹੈ ਉਹ ਉਜਲੀ ਹੈ, ਭਾਵ ਸਾਫ਼ ਸੁਥਰੀ ਹੈ, ਚਿੱਟੀ ਹੈ। ਹਰਦਮ ਤਾਜ਼ਾ ਨਵੀਂ ਨਕੋਰ, ਤੁਰਤ ਫੁਰਤ ਹੈ ਇਸ ਦੀ ਤੋਰ। ਉਹ ਕੀ ਹੈ, ਹਰ ਸਮੇਂ ਬਿਲਕੁਲ ਚੁਸਤ ਦਰੁਸਤ, ਜਿਵੇਂ ਕੋਈ ਨਵੀਂ ਚੀਜ਼ ਹੁੰਦੀ ਹੈ। ਕਵੀ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਤਾਜ਼ਾ ਹੈ ਕਿ ਜਿਵੇਂ ਕੋਈ ਨਵੀਂ ਚੀਜ਼ ਹੁੰਦੀ ਹੈ, ਭਾਵ ਹਰ ਸਮੇਂ ਬਿਲਕੁਲ ਤਾਜ਼ਾ ਦਮ ਉਹ ਨਜ਼ਰ ਆਉਂਦੀ ਹੈ। ਤੇ ਉਹ ਜਦੋਂ ਉਹ ਤੁਰਦੀ ਹੈ ਤਾਂ ਬੜੀ ਹੀ ਚੁਸਤੀ ਦੇ ਨਾਲ, ਤੁਰਤ ਫੁਰਤ ਭਾਵ ਬੜੀ ਚੁਸਤੀ ਦੇ ਨਾਲ, ਕੋਈ ਸੁਸਤੀ ਨਹੀਂ ਉਸ 'ਚ, ਤੁਰਤ ਫੁਰਤ ਉਹ ਤੁਰਦੀ ਹੈ। ਜਿਉਂ ਤਿਤਲੀ ਦੀ ਹੋਏ ਉਡਾਨ, ਵੰਡਦੀ ਫਿਰਦੀ ਤਿਉਂ ਮੁਸਕਾਨ, ਵਾਰਡ ਅੰਦਰ ਜਿਉਂ ਹੀ ਆਈ, ਆਉਂਦੇ ਸਾਰ ਹੀ ਰੌਣਕ ਲਾਈ, ਰੋਗੀਆਂ ਤਾਈਂ ਮਿਲ ਗਈ ਢਾਰਸ, ਜਿਉਂ ਆਇਆ ਕੋਈ ਵਾਲੀ ਵਾਰਸ। ਕਵੀ ਕੀ ਕਹਿ ਰਿਹਾ ਹੈ ਕਿ ਉਹ ਤੁਰਦੀ ਫਿਰਦੀ ਆਪਣੀ ਮੁਸਕਾਨ ਇਸ ਤਰ੍ਹਾਂ ਵੰਡਦੀ ਫਿਰਦੀ ਹੈ ਜਿਵੇਂ ਤਿਤਲੀ ਉੜਦੀ ਹੈ, ਕੋਈ ਤਿਤਲੀ ਦੀ ਉਡਾਨ ਹੁੰਦੀ ਹੈ। ਭਾਵ ਜਦੋਂ ਤਿਤਲੀ ਕੋਈ ਉੜਦੀ ਹੈ, ਜਿਸ ਤਰ੍ਹਾਂ ਉਹ ਖੁਸ਼ ਹੋ ਕੇ ਉੜਦੀ ਹੈ, ਤਾਂ ਉਹ ਕਹਿੰਦਾ ਜਦੋਂ ਉਹ ਆਉਂਦੀ ਹੈ ਤਾਂ ਉਸਦੀ ਜੋ ਮੁਸਕਾਨ ਹੈ ਉਹ ਇਸ ਤਰ੍ਹਾਂ ਲੱਗਦੀ ਹੈ ਕਿ ਜਿਵੇਂ ਕੋਈ ਤਿਤਲੀ ਉੱਡੀ ਫਿਰ ਰਹੀ ਹੈ। ਵਾਰਡ ਅੰਦਰ ਜਿਉਂ ਹੀ ਆਈ, ਆਉਂਦੇ ਸਾਰ ਹੀ ਰੌਣਕ ਲਾਈ। ਕਵੀ ਕਹਿੰਦਾ ਕਿ ਜਦੋਂ ਉਹ ਵਾਰਡ ਦੇ ਅੰਦਰ ਆਉਂਦੀ ਹੈ ਤਾਂ ਉਹ ਵਾਰਡ ਜਿੱਥੇ ਲੋਕ ਬੜੇ ਪਰੇਸ਼ਾਨ ਬੈਠੇ ਹੁੰਦੇ ਨੇ, ਮਰੀਜ਼ ਨੇ, ਤਾਂ ਉਹ ਕਹਿੰਦਾ ਜਿਉਂ ਹੀ ਉਹ ਆਉਂਦੀ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਬਿਲਕੁਲ ਖੁਸ਼ਕ ਮਾਹੌਲ ਦੇ ਵਿੱਚ ਜਿਵੇਂ ਰੌਣਕ ਲੱਗ ਗਈ ਹੈ। ਉਸਦੇ ਆਉਂਦੇ ਸਾਰ ਚਾਰੇ ਪਾਸੇ ਰੌਣਕ ਹੀ ਰੌਣਕ ਲੱਗੀ ਨਜ਼ਰ ਆਉਂਦੀ ਹੈ। ਰੋਗੀਆਂ ਤਾਈਂ ਮਿਲ ਗਈ ਢਾਰਸ, ਜਿਉਂ ਆਇਆ ਕੋਈ ਵਾਲੀ ਵਾਰਸ। ਕਹਿੰਦਾ ਉਸਦੇ ਆਉਣ ਦੇ ਨਾਲ, ਕਵੀ ਕਹਿੰਦਾ ਹੈ ਕਿ ਉਸਦੇ ਆਉਣ ਦੇ ਨਾਲ ਰੋਗੀਆਂ ਨੂੰ ਹੌਸਲਾ ਮਿਲ ਜਾਂਦਾ ਹੈ, ਤਸੱਲੀ ਮਿਲ ਜਾਂਦੀ ਹੈ, ਦਿਲਾਸਾ ਮਿਲ ਜਾਂਦਾ ਹੈ, ਤੇ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਉਹਨਾਂ ਦਾ ਕੋਈ ਵਾਲੀ ਵਾਰਸ ਆ ਗਿਆ ਹੈ। ਉਸਦੇ ਆਉਣ ਤੋਂ ਪਹਿਲਾਂ ਜਿਹੜੇ ਕਿ ਆਪਣੇ ਆਪ ਨੂੰ ਬੜੇ ਇਕੱਲੇ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਕੋਈ ਵਾਲੀ ਵਾਰਸ ਆ ਗਿਆ ਹੈ। ਉਹਨਾਂ ਨੂੰ ਇਹ ਹੌਸਲਾ ਮਿਲਦਾ ਹੈ। ਕਿਸੇ ਨੂੰ ਥਰਮਾਮੀਟਰ ਲਾਉਂਦੀ, ਨਬਜ਼ ਪਕੜ ਕੇ ਪੁੱਛ ਪਛਾਉਂਦੀ, ਕਿਸੇ ਨੂੰ ਹੱਸ ਕੇ ਟੀਕਾ ਲਾਵੇ, ਦਵਾ ਕਿਸੇ ਨੂੰ ਆਣ ਪਿਆਵੇ, ਪੁੱਛਦੀ ਸਭ ਨੂੰ ਪ੍ਰੇਮ ਦੇ ਨਾਲ, ਦੱਸੋ ਜੀ ਹੁਣ ਕੀ ਹੈ ਹਾਲ। ਕਹਿੰਦਾ ਉਹ ਵਾਰਡ ਦੇ ਵਿੱਚ ਆ ਕੇ ਕਿਸੇ ਨੂੰ ਥਰਮਾਮੀਟਰ ਲਾ ਕੇ ਉਸਦਾ ਬੁਖਾਰ ਚੈੱਕ ਕਰਦੀ ਹੈ, ਤਾਪਮਾਨ ਚੈੱਕ ਕਰਦੀ ਹੈ, ਫਿਰ ਨਬਜ਼ ਫੜ ਕੇ, ਨਬਜ਼ ਨੂੰ ਪਕੜ ਕੇ ਉਸਦਾ ਹਾਲ ਚਾਲ ਪੁੱਛਦੀ ਹੈ,
ਕਿਸੇ ਨੂੰ ਹੱਸ ਕੇ ਟੀਕਾ ਲਾਵੇ, ਦਵਾ ਕਿਸੇ ਨੂੰ ਆਣ ਪਿਆਵੇ। ਕਹਿੰਦਾ ਟੀਕਾ ਲਵਾਉਂਦੇ ਹੋਏ ਜਿਵੇਂ ਲੋਕ ਡਰਦੇ ਨੇ, ਪਰ ਜਦੋਂ ਉਹ ਆਉਂਦੀ ਹੈ ਕਹਿੰਦਾ ਬੜੇ ਉਹ ਹੱਸਦੇ-ਹੱਸਦੇ ਕਿਸੇ ਨੂੰ ਟੀਕਾ ਲਾ ਦਿੰਦੀ ਹੈ ਤੇ ਕਿਸੇ ਨੂੰ ਦਵਾਈ ਪਿਆ ਦਿੰਦੀ ਹੈ, ਜਿਸ ਨੂੰ ਕਿ ਲੋਕ ਲੈਂਦੇ ਹੋਏ ਡਰਦੇ ਨੇ ਕਿ ਕੌੜੀ ਹੈ, ਪਰ ਉਹ ਬੜੇ ਹੀ ਆਰਾਮ ਦੇ ਨਾਲ, ਮੁਸਕਰਾਹਟ ਦੇ ਨਾਲ ਦਵਾ ਪਿਆ ਦਿੰਦੀ ਹੈ ਰੋਗੀਆਂ ਨੂੰ। ਪੁੱਛਦੀ ਸਭ ਨੂੰ ਪ੍ਰੇਮ ਦੇ ਨਾਲ, ਦੱਸੋ ਜੀ ਹੁਣ ਕੀ ਹੈ ਹਾਲ? ਉਹ ਬਹੁਤ ਹੀ ਪ੍ਰੇਮ ਦੇ ਨਾਲ ਰੋਗੀਆਂ ਦਾ ਹਾਲ-ਚਾਲ ਪੁੱਛਦੀ ਹੈ ਕਿ ਦੱਸੋ ਜੀ ਹੁਣ ਤੁਹਾਡਾ ਕੀ ਹਾਲ ਹੈ? ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਇਹਦੀ ਤੱਕ ਮਿੱਠੀ ਮੁਸਕਾਨ, ਦੁੱਖ ਸਾਰਾ ਰੋਗੀ ਭੁੱਲ ਜਾਣ। ਬੋਲੇ ਜਦ ਇਹ ਨਾਲ ਪਿਆਰ, ਖਿੜਦਾ ਰੋਗੀ ਦਾ ਸੰਸਾਰ। ਮਾਂ ਦੇ ਵਾਂਗਰ ਰੱਖਦੀ ਧਿਆਨ, ਆਪਣਾ ਸੁੱਖ ਕਰਦੀ ਕੁਰਬਾਨ। ਕਹਿੰਦਾ ਜਿਸ ਬਾਰੇ ਮੈਂ ਗੱਲ ਕਰ ਰਿਹਾ, ਕਵੀ ਕਹਿੰਦਾ ਉਹਦੀ ਮਿੱਠੀ, ਇਹਦੀ ਤੱਕ ਮਿੱਠੀ ਮੁਸਕਾਨ, ਦੁੱਖ ਸਾਰਾ ਰੋਗੀ ਭੁੱਲ ਜਾਣ। ਕਹਿੰਦਾ ਉਹਦੀ ਮਿੱਠੀ ਜਿਹੀ ਮੁਸਕਰਾਹਟ ਨੂੰ ਦੇਖ ਕੇ ਰੋਗੀ ਆਪਣਾ ਸਾਰਾ ਦੁੱਖ ਭੁੱਲ ਜਾਂਦੇ ਹਨ। ਉਹਦੀ ਕਹਿੰਦਾ ਮੁਸਕਰਾਹਟ ਇੰਨੀ ਮਿੱਠੀ ਹੈ, ਮੁਸਕਾਨ ਇੰਨੀ ਮਿੱਠੀ ਹੈ ਕਿ ਉਹਨੂੰ ਵੇਖ ਕੇ ਹੀ ਰੋਗੀ ਆਪਣਾ ਦੁੱਖ ਭੁੱਲ ਜਾਂਦੇ ਹਨ, ਆਪਣੀ ਬਿਮਾਰੀ ਭੁੱਲ ਜਾਂਦੇ ਹਨ। ਬੋਲੇ ਜਦ ਇਹ ਨਾਲ ਪਿਆਰ, ਖਿੜਦਾ ਰੋਗੀ ਦਾ ਸੰਸਾਰ। ਕਹਿੰਦਾ ਜਦੋਂ ਇਹ ਰੋਗੀ ਦੇ ਨਾਲ, ਮਰੀਜ਼ ਦੇ ਨਾਲ ਪਿਆਰ ਨਾਲ ਗੱਲ ਕਰਦੀ ਹੈ ਤਾਂ ਉਹ ਜੋ ਆਪਣੀ ਬਿਮਾਰੀ ਨੂੰ ਲੈ ਕੇ, ਜਿਸ ਨੂੰ ਲੱਗਦਾ ਕਿ ਹੁਣ ਉਸਦੇ ਜੀਵਨ 'ਚ ਕੁਛ ਨਹੀਂ, ਜਿਵੇਂ ਉਹ ਮਾਨਸਿਕ ਸਥਿਤੀਆਂ 'ਚ ਉਲਝ ਰਿਹਾ ਹੁੰਦਾ ਹੈ, ਕਹਿੰਦਾ ਉਹ ਸਾਰਾ ਕੁਛ ਜੋ ਹੈ ਉਹ ਚਲਾ ਜਾਂਦਾ ਹੈ ਤੇ ਉਸਦਾ ਜੀਵਨ ਜੋ ਹੈ ਖਿੜ ਜਾਂਦਾ ਹੈ। ਭਾਵ ਉਹ ਆਪਣੀ ਸਾਰੀ ਬਿਮਾਰੀ, ਦੁੱਖ ਭੁੱਲ ਕੇ ਆਪਣੇ ਆਪ ਨੂੰ ਖਿੜਿਆ ਮਹਿਸੂਸ ਕਰਦਾ ਹੈ। ਮਾਂ ਦੇ ਵਾਂਗਰ ਰੱਖਦੀ ਧਿਆਨ, ਆਪਣਾ ਸੁੱਖ ਕਰਦੀ ਕੁਰਬਾਨ। ਕਹਿੰਦਾ ਉਹ ਮਰੀਜ਼ਾਂ ਦਾ ਧਿਆਨ ਇਸ ਤਰ੍ਹਾਂ ਰੱਖਦੀ ਹੈ ਜਿਵੇਂ ਮਾਂ ਆਪਣੇ ਬੱਚੇ ਦਾ ਧਿਆਨ ਰੱਖਦੀ ਹੈ। ਜਿਵੇਂ ਮਾਂ ਆਪਣੇ ਬੱਚੇ ਲਈ ਆਪਣਾ ਸੁੱਖ, ਆਪਣੀ ਸਹੂਲਤ ਸਾਰੀ ਕੁਰਬਾਨ ਕਰ ਦਿੰਦੀ ਹੈ, ਇਸੇ ਤਰ੍ਹਾਂ ਕਹਿੰਦਾ ਉਹ ਮਰੀਜ਼ਾਂ ਦੇ ਲਈ ਆਪਣਾ ਸੁੱਖ ਕੁਰਬਾਨ ਕਰ ਦਿੰਦੀ ਹੈ। ਭਾਵ ਆਪਣੇ ਸੁੱਖ ਦੀ ਪਰਵਾਹ ਨਾ ਕਰਦੇ ਹੋਏ ਮਰੀਜ਼ਾਂ ਦਾ ਧਿਆਨ ਰੱਖਦੀ ਹੈ, ਉਹਨਾਂ ਦੀ ਸੇਵਾ ਕਰਦੀ ਹੈ। ਹੁਣ ਤੁਸਾਂ ਹੈ ਲਈ ਪਛਾਣ, ਕੌਣ ਮਰੀਜ਼ਾਂ ਦੀ ਜਿੰਦ ਜਾਨ। ਇਹ ਹੈ ਕੌਮ ਦੀ ਸੇਵਾਦਾਰ, ਰੋਗੀ ਜਿਸ ਨੂੰ ਕਰਦੇ ਪਿਆਰ। ਸੀਤਲ ਭਰ ਕੇ ਦਿਲ ਵਿੱਚ ਤਰਸ, ਰੱਬ ਨੇ ਭੇਜੀ ਜਗ ਤੇ ਨਰਸ। ਕਵੀ ਕੀ ਕਹਿੰਦਾ ਹੈ ਕਿ ਹੁਣ ਤੁਸਾਂ ਹੈ ਲਈ ਪਛਾਣ, ਕੌਣ ਮਰੀਜ਼ਾਂ ਦੀ ਜਿੰਦ ਜਾਨ। ਕਵੀ ਕਹਿ ਰਿਹਾ ਹੈ ਕਿ ਜਿਵੇਂ ਮੈਂ ਕਵਿਤਾ ਦੇ ਵਿੱਚ ਦੱਸਿਆ ਹੈ, ਉਸ ਨੂੰ ਪੜ੍ਹ ਕੇ ਤੁਸੀਂ ਸਮਝ ਹੀ ਲਿਆ ਹੈ, ਤੁਸੀਂ ਪਛਾਣ ਹੀ ਲਿਆ ਹੈ ਕਿ ਮੈਂ ਕਿਸ ਦੀ ਗੱਲ ਕਰ ਰਿਹਾ ਹਾਂ, ਕਿਸ ਦੇ ਵਿੱਚ ਮਰੀਜ਼ਾਂ ਦੀ ਜਾਨ ਵਸਦੀ ਹੈ। ਭਾਵ ਮਰੀਜ਼ ਜੋ ਹੈ ਆਪਣੀ ਬਿਮਾਰੀ ਤੋਂ ਬਾਹਰ ਨਿਕਲਦੇ ਹਨ ਜਿਸ ਦੀ ਸੇਵਾ ਦੇ ਨਾਲ। ਇਹ ਹੈ ਕੌਮ ਦੀ ਸੇਵਾਦਾਰ, ਰੋਗੀ ਜਿਸ ਨੂੰ ਕਰਦੇ ਪਿਆਰ। ਕਹਿੰਦਾ ਰੋਗੀ ਜਿਸ ਨੂੰ ਬਹੁਤ ਪਿਆਰ ਕਰਦੇ ਹਨ ਤੇ ਇਹ ਕੌਮ ਦੀ ਸੇਵਾਦਾਰ ਹੈ। ਕੌਣ ਹੈ ਉਹ? ਸੀਤਲ ਭਰ ਕੇ ਦਿਲ ਵਿੱਚ ਤਰਸ, ਰੱਬ ਨੇ ਭੇਜੀ ਜਗ ਤੇ ਨਰਸ। ਸੀਤਲ ਕਵੀ ਦਾ ਨਾਮ ਹੈ। ਕਵੀ ਕੀ ਕਹਿ ਰਿਹਾ ਹੈ ਕਿ ਰੱਬ ਨੇ ਦਿਲ ਦੇ ਵਿੱਚ ਤਰਸ ਭਾਵ ਦਇਆ, ਰਹਿਮ ਭਰ ਕੇ ਨਰਸ ਨੂੰ ਇਸ ਜੱਗ ਤੇ ਭੇਜਿਆ ਹੈ। ਤੇ ਜੋ ਮੈਂ ਕਹਿੰਦਾ ਉੱਪਰ ਜੋ ਖੂਬੀਆਂ ਦੱਸੀਆਂ ਹਨ, ਜੋ ਗੁਣ ਦੱਸੇ ਹਨ, ਜੋ ਮਰੀਜ਼ਾਂ ਦੀ ਸੇਵਾ ਕਰਦੀ ਹੈ, ਉਹ ਨਰਸ ਹੈ ਤੇ ਮੈਂ ਨਰਸ ਦੀ ਗੱਲ ਕਰ ਰਿਹਾ ਹਾਂ। ਸੋ ਇਹ ਜੋ ਕਵਿਤਾ ਹੈ ਕੌਮ ਦੀ ਸੇਵਾਦਾਰ, ਇਹ ਨਰਸ ਬਾਰੇ ਕਵੀ ਨੇ ਗੱਲ ਕੀਤੀ ਹੈ ਕਿ ਨਰਸ ਜੋ ਹੈ ਉਹ ਕੌਮ ਦੀ ਸੇਵਾਦਾਰ ਹੈ। ਉਹ ਮਰੀਜ਼ਾਂ ਦੀ ਸੇਵਾ ਕਰਦੀ ਹੈ ਤੇ ਮਰੀਜ਼ ਆਪਣਾ ਦੁੱਖ ਭੁੱਲ ਜਾਂਦੇ ਹਨ। ਤੇ ਕਹਿੰਦਾ ਉਹ ਇਸ ਤਰ੍ਹਾਂ ਮਰੀਜ਼ਾਂ ਦੀ ਸੇਵਾ ਕਰਦੀ ਹੈ ਜਿਵੇਂ ਇੱਕ ਮਾਂ ਬੱਚਿਆਂ ਦੀ ਕਰਦੀ ਹੈ। ਸੋ ਇਹ ਸੀ ਕਵਿਤਾ ਕੌਮ ਦੀ ਸੇਵਾਦਾਰ। ਹੁਣ ਔਖੇ ਸ਼ਬਦਾਂ ਦੇ ਅਰਥ ਸਮਝਦੇ ਹਾਂ। ਬਸਤਰ, ਬਸਤਰ ਭਾਵ ਕੱਪੜੇ, ਪੁਸ਼ਾਕ। ਵਾਲੀ ਵਾਰਸ, ਮਾਲਕ, ਰਾਖਾ। ਸੇਵਾਦਾਰ ਭਾਵ ਸੇਵਾ ਕਰਨ ਵਾਲੀ। ਢਾਰਸ, ਢਾਰਸ ਦਾ ਭਾਵ ਹੌਸਲਾ, ਤਸੱਲੀ, ਦਿਲਾਸਾ। ਅੱਗੇ ਹੈ ਕੁਰਬਾਨ, ਕੁਰਬਾਨ ਦਾ ਭਾਵ ਵਾਰੀ ਜਾਣਾ, ਸਦਕੇ ਜਾਣਾ, ਕਿਸੇ ਦੀ ਖਾਤਰ ਆਪ ਨੁਕਸਾਨ ਉਠਾਉਣਾ। ਅੱਗੇ ਹੈ ਤਰਸ, ਤਰਸ ਦਾ ਭਾਵ ਹੈ ਦਇਆ, ਰਹਿਮ।
ਹੁਣ ਅਗਲੇ ਹਿੱਸੇ ਵੱਲ ਵੱਧਦੇ ਹਾਂ, ਪਾਠ ਅਭਿਆਸ। ਪਾਠ ਅਭਿਆਸ ਦੇ ਇਸ ਭਾਗ ਦੇ ਵਿੱਚ ਪਹਿਲਾ ਪ੍ਰਸ਼ਨ ਹੈ ਕਿ ਵਾਰਡ ਵਿੱਚ ਨਰਸ ਦੇ ਆਉਣ ਨਾਲ ਰੋਗੀ ਨੂੰ ਕੀ ਮਹਿਸੂਸ ਹੁੰਦਾ ਹੈ। ਸੋ ਇਸ ਕਵਿਤਾ ਦਾ ਉੱਤਰ ਸਾਨੂੰ ਕਵਿਤਾ ਦੇ ਪਹਿਲਾ ਹੀ ਪੰਨੇ ਤੇ ਜਿੰਨਾ ਹਿੱਸਾ ਹੈ ਉਸ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਤੁਸੀਂ ਵੀਡੀਓ ਨੂੰ ਰੋਕ ਕੇ ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਹੁਣ ਆਪਣੇ ਉੱਤਰ ਨੂੰ ਵੀਡੀਓ ਨਾਲ ਮਿਲਾਓ, ਵੇਖਦੇ ਹਾਂ ਕਿ ਸਹੀ ਉੱਤਰ ਕੀ ਹੈ। ਵਾਰਡ ਵਿੱਚ ਨਰਸ ਦੇ ਆਉਣ ਨਾਲ ਰੋਗੀਆਂ ਨੂੰ ਢਾਰਸ ਭਾਵ ਹੌਸਲਾ ਮਿਲਦਾ ਹੈ। ਅਗਲਾ ਪ੍ਰਸ਼ਨ, ਵਾਰਡ ਵਿੱਚ ਨਰਸ ਕੀ ਕੁਝ ਕਰਦੀ ਹੈ। ਸੋ ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਕਵਿਤਾ ਦੇ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਤੁਸੀਂ ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਆਓ ਹੁਣ ਵੇਖਦੇ ਹਾਂ ਸਹੀ ਉੱਤਰ ਕੀ ਹੈ। ਵਾਰਡ ਵਿੱਚ ਨਰਸ ਕਿਸੇ ਨੂੰ ਥਰਮਾਮੀਟਰ ਲਾਉਂਦੀ ਹੈ, ਨਬਜ਼ ਫੜ ਕੇ ਕਿਸੇ ਦਾ ਹਾਲ ਪੁੱਛਦੀ ਹੈ, ਕਿਸੇ ਨੂੰ ਹੱਸ ਕੇ ਟੀਕਾ ਲਾਉਂਦੀ ਤੇ ਕਿਸੇ ਨੂੰ ਦਵਾ ਪਿਲਾਉਂਦੀ ਹੈ। ਸੋ ਇਹ ਹੈ ਇਸ ਪ੍ਰਸ਼ਨ ਦਾ ਉੱਤਰ। ਹੁਣ ਪਾਠ ਅਭਿਆਸ ਦੇ ਅਗਲੇ ਭਾਗ ਵੱਲ ਵੱਧਦੇ ਹਾਂ, ਖਾਲੀ ਥਾਵਾਂ ਭਰੋ। ਸਾਡੇ ਕੋਲੇ ਇਹ 4 ਸਤਰਾਂ ਹਨ। ਹਰ ਸਤਰ ਦੇ ਵਿੱਚ 2-2 ਸਥਾਨ ਖਾਲੀ ਹਨ ਜੋ ਅਸੀਂ ਭਰਨੇ ਹਨ। ਜਿਉਂ ਤਿਤਲੀ ਦੀ ਹੋਏ ਖਾਲੀ ਸਥਾਨ ਹੈ, ਵੰਡਦੀ ਫਿਰਦੀ ਤਿਉਂ ਫਿਰ ਖਾਲੀ ਸਥਾਨ ਹੈ, ਰੋਗੀਆਂ ਤਾਈਂ ਮਿਲ ਗਈ ਫਿਰ ਖਾਲੀ ਸਥਾਨ ਹੈ, ਜਿਉਂ ਆਇਆ ਕੋਈ ਫਿਰ ਅੱਗੇ ਹੈ, ਮਾਂ ਦੇ ਵਾਂਗਰ ਰੱਖਦੀ ਫਿਰ ਖਾਲੀ ਸਥਾਨ ਹੈ, ਆਪਣਾ ਸੁੱਖ ਕਰਦੀ ਫਿਰ ਖਾਲੀ ਸਥਾਨ ਹੈ, ਇਹ ਹੈ ਕੌਮ ਦੀ ਇੱਥੇ ਖਾਲੀ ਸਥਾਨ ਹੈ, ਅੱਗੇ ਫਿਰ ਖਾਲੀ ਸਥਾਨ ਹੈ, ਜਿਸ ਨੂੰ ਕਰਦੇ ਪਿਆਰ। ਸੋ ਤੁਸੀਂ ਇਹਨਾਂ ਖਾਲੀ ਸਥਾਨ ਨੂੰ ਭਰਨ ਦੇ ਲਈ ਕਵਿਤਾ ਨੂੰ ਇੱਕ ਵਾਰ ਦੁਬਾਰਾ ਧਿਆਨ ਨਾਲ ਪੜ੍ਹੋ। ਵੇਖੋ ਕਿ ਇਹਨਾਂ ਖਾਲੀ ਸਥਾਨ ਦੇ ਵਿੱਚ ਕੀ ਆਉਣ ਨਾਲ ਇਹ ਜੋ ਸਤਰਾਂ ਹਨ ਇਹ ਪੂਰੀਆਂ ਹੋ ਜਾਂਦੀਆਂ ਹਨ। ਸੋ ਇਹਨਾਂ ਨੂੰ ਤੁਸੀਂ ਲੱਭੋ ਪਹਿਲਾਂ। ਹੁਣ ਆਓ ਵੇਖਦੇ ਹਾਂ ਕਿ ਕੀ ਇੱਥੇ ਆਏਗਾ। ਜਿਉਂ ਤਿਤਲੀ ਦੀ ਹੋਏ ਉਡਾਨ, ਉਡਾਨ ਸ਼ਬਦ ਆਏਗਾ। ਵੰਡਦੀ ਫਿਰਦੀ ਤਿਉਂ ਮੁਸਕਾਨ, ਇੱਥੇ ਮੁਸਕਾਨ ਸ਼ਬਦ ਆਏਗਾ। ਇਹ ਸਤਰ ਪੂਰੀ ਹੋ ਗਈ। ਜਿਉਂ ਤਿਤਲੀ ਦੀ ਹੋਏ ਉਡਾਨ, ਵੰਡਦੀ ਫਿਰਦੀ ਤਿਉਂ ਮੁਸਕਾਨ। ਦੂਜੀ ਸਤਰ, ਰੋਗੀਆਂ ਤਾਈਂ ਮਿਲ ਗਈ ਢਾਰਸ, ਢਾਰਸ ਸ਼ਬਦ ਇੱਥੇ ਆਏਗਾ। ਜਿਉਂ ਆਇਆ ਕੋਈ ਵਾਲੀ ਵਾਰਸ, ਵਾਲੀ ਵਾਰਸ ਸ਼ਬਦ ਇੱਥੇ ਆਏਗਾ। ਰੋਗੀਆਂ ਤਾਈਂ ਮਿਲ ਗਈ ਢਾਰਸ, ਜਿਉਂ ਆਇਆ ਕੋਈ ਵਾਲੀ ਵਾਰਸ। ਸੋ ਇਹ ਸਤਰ ਵੀ ਪੂਰੀ ਹੋ ਗਈ। ਮਾਂ ਦੇ ਵਾਂਗਰ ਰੱਖਦੀ ਧਿਆਨ, ਆਪਣਾ ਸੁੱਖ ਕਰਦੀ ਕੁਰਬਾਨ। ਸੋ ਇਹ 2 ਸ਼ਬਦ ਆਉਣ ਨਾਲ ਵੀ ਇਹ ਸਤਰ ਪੂਰੀ ਹੋ ਗਈ। ਮਾਂ ਦੇ ਵਾਂਗਰ ਰੱਖਦੀ ਧਿਆਨ, ਆਪਣਾ ਸੁੱਖ ਕਰਦੀ ਕੁਰਬਾਨ। ਇਹ ਹੈ ਕੌਮ ਦੀ ਸੇਵਾਦਾਰ, ਸੇਵਾਦਾਰ ਸ਼ਬਦ ਇੱਥੇ ਆਏਗਾ। ਰੋਗੀ ਜਿਸ ਨੂੰ ਕਰਦੇ ਪਿਆਰ। ਸੋ ਇਹ 2 ਸ਼ਬਦ ਆਉਣ ਨਾਲ ਇਹ ਸਤਰ ਵੀ ਪੂਰੀ ਹੋ ਗਈ। ਇਹ ਹੈ ਕੌਮ ਦੀ ਸੇਵਾਦਾਰ, ਰੋਗੀ ਜਿਸ ਨੂੰ ਕਰਦੇ ਪਿਆਰ। ਹੁਣ ਅਗਲੇ ਹਿੱਸੇ ਵੱਲ ਵੱਧਦੇ ਹਾਂ। ਅਗਲਾ ਹਿੱਸਾ ਫਿਰ ਹੈ ਖਾਲੀ ਸਥਾਨ ਭਰੋ। ਇਸ ਵਿੱਚ ਸਾਡੇ ਕੋਲੇ 5 ਸਤਰਾਂ ਹਨ। ਪਹਿਲੀ ਹੈ, ਜਿਉਂ ਤਿਤਲੀ ਦੀ ਹੋਏ ਉਡਾਨ, ਵੰਡਦੀ ਫਿਰਦੀ ਤਿਉਂ, ਅੱਗੇ ਫਿਰ ਖਾਲੀ ਸਥਾਨ ਹੈ। ਰੋਗੀਆਂ ਤਾਈਂ ਮਿਲ ਗਈ ਫਿਰ ਖਾਲੀ ਸਥਾਨ ਹੈ। ਮਾਂ ਦੇ ਵਾਂਗਰ ਰੱਖਦੀ ਫਿਰ ਖਾਲੀ ਸਥਾਨ ਹੈ। ਆਪਣਾ ਫਿਰ ਖਾਲੀ ਸਥਾਨ ਹੈ, ਕਰਦੀ ਕੁਰਬਾਨ। ਇਹ ਹੈ ਫਿਰ ਖਾਲੀ ਸਥਾਨ ਹੈ, ਦੀ ਸੇਵਾਦਾਰ। ਸੋ ਹੁਣ ਤੁਸੀਂ ਕਵਿਤਾ ਨੂੰ ਦੁਬਾਰਾ ਪੜ੍ਹੋ ਅਤੇ ਇਹਨਾਂ ਖਾਲੀ ਸਥਾਨ ਨੂੰ ਭਰਨ ਲਈ ਸ਼ਬਦ ਲੱਭੋ ਕਿ ਕੀ ਭਰਨ ਨਾਲ ਇਹ ਸਤਰਾਂ ਪੂਰੀਆਂ ਹੋ ਜਾਣਗੀਆਂ। ਸੋ ਤੁਸੀਂ ਲੱਭੋ। ਹੁਣ ਆਪਣੇ ਉੱਤਰ ਵੀਡੀਓ ਦੇ ਨਾਲ ਮਿਲਾਓ। ਜਿਉਂ ਤਿਤਲੀ ਦੀ ਹੋਏ ਉਡਾਨ, ਵੰਡਦੀ ਫਿਰਦੀ ਤਿਉਂ ਮੁਸਕਾਨ, ਮੁਸਕਾਨ ਸ਼ਬਦ ਇੱਥੇ ਆਏਗਾ। ਰੋਗੀਆਂ ਤਾਈਂ ਮਿਲ ਗਈ ਢਾਰਸ, ਢਾਰਸ ਸ਼ਬਦ ਇੱਥੇ ਆਏਗਾ। ਰੋਗੀਆਂ ਤਾਈਂ ਮਿਲ ਗਈ ਢਾਰਸ। ਮਾਂ ਦੇ ਵਾਂਗਰ ਰੱਖਦੀ ਧਿਆਨ, ਧਿਆਨ ਸ਼ਬਦ ਇੱਥੇ ਆਏਗਾ। ਆਪਣਾ
ਸੁਖ ਕਰਦੀ ਕੁਰਬਾਨ। ਸੁਖ ਸ਼ਬਦ ਇੱਥੇ ਆਏਗਾ। ਇਹ ਹੈ ਕੌਮ ਦੀ ਸੇਵਾਦਾਰ। ਕੌਮ ਸ਼ਬਦ ਇੱਥੇ ਆਏਗਾ। ਸੋ ਇਹ 5 ਸ਼ਬਦ ਆਉਣ ਨਾਲ ਇਹ 5 ਸਤਰਾਂ ਪੂਰੀਆਂ ਹੋ ਗਈਆਂ। ਹੁਣ ਅਗਲੇ ਹਿੱਸੇ ਵੱਲ ਵੱਧਦੇ ਹਾਂ। ਅਗਲਾ ਹਿੱਸਾ ਹੈ ਪ੍ਰਸ਼ਨਾਂ ਦੇ ਉੱਤਰ ਦਿਓ ਸੰਖੇਪ ਦੇ ਵਿੱਚ। ਪਹਿਲਾ ਪ੍ਰਸ਼ਨ ਹੈ, ਇਸ ਕਵਿਤਾ ਵਿੱਚ ਕੌਮ ਦੀ ਸੇਵਾਦਾਰ ਕਿਸ ਨੂੰ ਕਿਹਾ ਗਿਆ ਹੈ? ਸੋ ਕਵਿਤਾ ਦੇ ਵਿੱਚੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਕੌਮ ਦੀ ਸੇਵਾਦਾਰ ਕਿਸ ਨੂੰ ਕਿਹਾ ਗਿਆ ਹੈ। ਸੋ ਇਸ ਪ੍ਰਸ਼ਨ ਦਾ ਉੱਤਰ ਪਹਿਲਾਂ ਤੁਸੀਂ ਆਪ ਬਣਾਓ। ਆਓ ਹੁਣ ਵੇਖਦੇ ਹਾਂ ਸਹੀ ਉੱਤਰ ਕੀ ਹੈ। ਇਸ ਕਵਿਤਾ ਵਿੱਚ ਕੌਮ ਦੀ ਸੇਵਾਦਾਰ ਨਰਸ ਨੂੰ ਕਿਹਾ ਗਿਆ ਹੈ। ਸੋ ਨਰਸ ਨੂੰ ਕੌਮ ਦੀ ਸੇਵਾਦਾਰ ਕਿਹਾ ਗਿਆ ਹੈ। ਅਗਲਾ ਪ੍ਰਸ਼ਨ, ਨਰਸ ਨੂੰ ਵੇਖ ਕੇ ਕਿਸ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ? ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਕਵਿਤਾ ਦੇ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਆਓ ਹੁਣ ਵੇਖਦੇ ਹਾਂ ਸਹੀ ਉੱਤਰ ਕੀ ਹੈ। ਨਰਸ ਨੂੰ ਵੇਖ ਕੇ ਰੋਗੀ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ। ਸੋ ਕਿਸ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ? ਰੋਗੀ ਨੂੰ। ਅਗਲਾ ਪ੍ਰਸ਼ਨ, ਨਰਸ ਮਰੀਜ਼ਾਂ ਦਾ ਧਿਆਨ ਕਿਸ ਵਾਂਗਰ ਰੱਖਦੀ ਹੈ? ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਕਵਿਤਾ ਦੇ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਆਓ ਵੇਖਦੇ ਹਾਂ ਸਹੀ ਉੱਤਰ ਕੀ ਹੈ। ਨਰਸ ਮਰੀਜ਼ਾਂ ਦਾ ਧਿਆਨ ਮਾਂ ਵਾਂਗਰ ਰੱਖਦੀ ਹੈ। ਸੋ ਕਿਸ ਵਾਂਗਰ ਮਰੀਜ਼ਾਂ ਦਾ ਧਿਆਨ ਰੱਖਦੀ ਹੈ? ਮਾਂ ਵਾਂਗਰ। ਅਗਲੇ ਹਿੱਸੇ ਵੱਲ ਵੱਧਦੇ ਹਾਂ। ਵਾਕਾਂ ਵਿੱਚ ਵਰਤੋ। ਸਾਡੇ ਕੋਲੇ 5 ਸ਼ਬਦ ਹਨ, ਮਰੀਜ਼, ਥਰਮਾਮੀਟਰ, ਨਵੀਂ ਨਕੋਰ, ਸੇਵਾਦਾਰ ਤੇ ਤਰਸ। ਸੋ ਇਹਨਾਂ ਸ਼ਬਦਾਂ ਨੂੰ ਤੁਸੀਂ ਧਿਆਨ ਨਾਲ ਪੜ੍ਹੋ ਅਤੇ ਇਹਨਾਂ ਦੇ ਵਾਕ ਬਣਾਉਣ ਦੀ ਕੋਸ਼ਿਸ਼ ਕਰੋ। ਇਹ ਜ਼ਰੂਰੀ ਨਹੀਂ ਕਿ ਜੋ ਵੀਡੀਓ ਦੇ ਵਿੱਚ ਵਾਕ ਬਣਾਏ ਹੋਏ ਹਨ ਉਹੀ ਸਹੀ ਹਨ। ਤੁਹਾਡੇ ਵਾਕ ਵੀ ਸਹੀ ਹੋਣਗੇ। ਤੁਸੀਂ ਇਹ ਸਮਝਣਾ ਹੈ ਕਿ ਸ਼ਬਦ ਵਰਤ ਕੇ ਜਦੋਂ ਤੁਸੀਂ ਵਾਕ ਬਣਾਇਆ ਹੈ, ਕੀ ਉਸ ਦੇ ਅਰਥ ਸਪਸ਼ਟ ਹੋ ਗਏ ਹਨ? ਆਓ ਹੁਣ ਵੇਖਦੇ ਹਾਂ ਕਿ ਕੀ ਵਾਕ ਬਣ ਸਕਦੇ ਹਨ। ਪਹਿਲਾ ਹੈ ਮਰੀਜ਼, ਨਰਸ ਮਰੀਜ਼ਾਂ ਦਾ ਧਿਆਨ ਮਾਂ ਵਾਂਗਰ ਰੱਖਦੀ ਹੈ। ਅਗਲਾ ਹੈ ਥਰਮਾਮੀਟਰ, ਵਾਰਡ ਵਿੱਚ ਨਰਸ ਮਰੀਜ਼ ਨੂੰ ਥਰਮਾਮੀਟਰ ਲਾਉਂਦੀ ਹੈ। ਤੀਜਾ ਨਵੀਂ ਨਕੋਰ, ਨਰਸ ਹਰਦਮ ਤਾਜ਼ਾ ਤੇ ਨਵੀਂ ਨਕੋਰ ਰਹਿੰਦੀ ਹੈ। ਸੋ ਨਵੀਂ ਨਕੋਰ ਦਾ ਵਾਕ ਹੈ, ਨਰਸ ਹਰਦਮ ਤਾਜ਼ਾ ਤੇ ਨਵੀਂ ਨਕੋਰ ਰਹਿੰਦੀ ਹੈ। ਚੌਥਾ ਸ਼ਬਦ ਸੇਵਾਦਾਰ, ਨਰਸ ਕੌਮ ਦੀ ਸੇਵਾਦਾਰ ਹੈ। ਪੰਜਵਾਂ ਤਰਸ, ਰੱਬ ਨੇ ਨਰਸ ਨੂੰ ਦਿਲ ਵਿੱਚ ਤਰਸ ਭਰ ਕੇ ਭੇਜਿਆ ਹੈ। ਸੋ ਇਹ 5 ਵਾਕ ਹਨ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਹੋਰ ਵਾਕ ਬਣ ਸਕਦੇ ਹਨ। ਇਹ ਕੁਝ ਸੰਭਾਵੀ ਵਾਕ ਹਨ। ਤੁਸੀਂ ਵਾਕ ਬਣਾਉਂਦੇ ਹੋਏ ਇਹ ਧਿਆਨ ਰੱਖਣਾ ਹੈ ਕਿ ਸ਼ਬਦ ਦਾ ਅਰਥ ਸਪਸ਼ਟ ਹੋ ਰਿਹਾ ਹੋਵੇ। ਅੱਗੇ ਹੈ ਅਗਲਾ ਹਿੱਸਾ, ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਸ਼ਬਦ ਦਿੱਤੇ ਗਏ ਹਨ। ਇਹਨਾਂ ਸ਼ਬਦ ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਆਪਣੀਆਂ ਕਾਪੀਆਂ ਵਿੱਚ ਲਿਖੋ। ਪਹਿਲਾ ਸ਼ਬਦ ਹੈ ਪੰਜਾਬੀ ਦੇ ਵਿੱਚ, ਦੂਜਾ ਸ਼ਬਦ ਹੈ ਹਿੰਦੀ ਦੇ ਵਿੱਚ। ਸੋ ਅਸੀਂ ਗੁਰਮੁਖੀ ਤੇ ਦੇਵਨਾਗਰੀ ਵਿੱਚ ਜੋ ਇਹ ਸ਼ਬਦ ਲਿਖੇ ਹੋਏ ਹਨ, ਇਹਨਾਂ ਦੇ ਅੰਤਰ ਨੂੰ ਸਮਝਣਾ ਹੈ ਕਿ ਪੰਜਾਬੀ ਵਿੱਚ ਕੀ ਕਹਿੰਦੇ ਹਨ ਅਤੇ ਹਿੰਦੀ ਵਿੱਚ ਉਸ ਨੂੰ ਕੀ ਕਹਿੰਦੇ ਹਨ। ਧਿਆਨ ਪੰਜਾਬੀ ਦੇ ਵਿੱਚ ਹੈ, ਹਿੰਦੀ 'ਚ ਹੈ ਧਿਆਨ। ਪੰਜਾਬੀ 'ਚ ਹੈ ਪਛਾਣ, ਹਿੰਦੀ 'ਚ ਪਹਿਚਾਨ। ਪੰਜਾਬੀ 'ਚ ਸ਼ਬਦ ਹੈ ਬਸਤਰ, ਹਿੰਦੀ 'ਚ ਹੈ ਵਸਤਰ। ਪੰਜਾਬੀ 'ਚ ਹੈ ਕੀ ਤੇ ਹਿੰਦੀ 'ਚ ਹੈ ਕਿਆ। ਪੰਜਾਬੀ 'ਚ ਸ਼ਬਦ ਹੈ ਪਿਆਰ, ਹਿੰਦੀ 'ਚ ਵੀ ਹੈ ਪਿਆਰ। ਪੰਜਾਬੀ 'ਚ ਸ਼ਬਦ ਹੈ ਵੰਡਦੀ ਤੇ ਹਿੰਦੀ ਦੇ ਵਿੱਚ ਹੈ ਬਾਂਟਦੀ। ਪੰਜਾਬੀ 'ਚ ਸ਼ਬਦ ਹੈ ਪੁੱਛਦੀ, ਹਿੰਦੀ 'ਚ ਸ਼ਬਦ ਹੈ ਪੂਛਦੀ। ਪੰਜਾਬੀ 'ਚ ਸ਼ਬਦ ਹੈ ਹੱਸ ਕੇ ਤੇ ਹਿੰਦੀ ਦੇ ਵਿੱਚ ਹੈ ਹੰਸ ਕਰ। ਸੋ ਇਹ ਹੈ ਗੁਰਮੁਖੀ ਅਤੇ ਦੇਵਨਾਗਰੀ ਦੇ ਵਿੱਚ ਲਿਖੇ ਹੋਏ ਸ਼ਬਦਾਂ ਦਾ ਅੰਤਰ। ਹੁਣ ਅਗਲੇ ਭਾਗ ਵੱਲ ਵੱਧਦੇ ਹਾਂ। ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਦਿੱਤੇ ਗਏ ਹਨ। ਇਹਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਆਪਣੀਆਂ ਕਾਪੀਆਂ ਵਿੱਚ ਲਿਖੋ। ਸੋ ਇਹ ਵੀ ਸ਼ਬਦ ਪੰਜਾਬੀ ਤੇ ਹਿੰਦੀ ਦੇ ਵਿੱਚ ਲਿਖੇ ਗਏ ਹਨ।
ਇਹਨਾਂ ਦੇ ਅਰਥ ਇੱਕੋ ਹੀ ਹਨ। ਅਸੀਂ ਇਹਨਾਂ ਨੂੰ ਪੜ੍ਹ ਕੇ ਸਮਝਣਾ ਹੈ ਅਤੇ ਆਪਣੀ ਕਾਪੀਆਂ ਦੇ ਵਿੱਚ ਲਿਖਣਾ ਹੈ। ਪੰਜਾਬੀ 'ਚ ਸ਼ਬਦ ਹੈ ਅਰਸ਼, ਹਿੰਦੀ 'ਚ ਹੈ ਆਕਾਸ਼। ਪੰਜਾਬੀ 'ਚ ਹੈ ਤੋਰ, ਹਿੰਦੀ 'ਚ ਹੈ ਚਾਲ। ਪੰਜਾਬੀ 'ਚ ਹੈ ਢਾਰਸ ਅਤੇ ਹਿੰਦੀ ਦੇ ਵਿੱਚ ਹੈ ਦਿਲਾਸਾ। ਪੰਜਾਬੀ 'ਚ ਸ਼ਬਦ ਹੈ ਦੱਸੋ, ਹਿੰਦੀ 'ਚ ਹੈ ਬਤਾਓ। ਪੰਜਾਬੀ 'ਚ ਹੈ ਹੁਣ, ਹਿੰਦੀ ਦੇ ਵਿੱਚ ਹੈ ਅਬ। ਪੰਜਾਬੀ 'ਚ ਸ਼ਬਦ ਹੈ ਤੱਕ ਕੇ, ਹਿੰਦੀ 'ਚ ਸ਼ਬਦ ਹੈ ਦੇਖ ਕਰ। ਪੰਜਾਬੀ 'ਚ ਸ਼ਬਦ ਹੈ ਨਾਲ ਅਤੇ ਹਿੰਦੀ ਦੇ ਵਿੱਚ ਹੈ ਸਾਥ, ਸਹਿਤ। ਸੋ ਤੁਸੀਂ ਇਸ ਕਵਿਤਾ ਨੂੰ ਧਿਆਨ ਨਾਲ ਪੜ੍ਹੋ, ਸਮਝੋ ਅਤੇ ਇਸ ਦੇ ਪਾਠ ਅਭਿਆਸ ਨੂੰ ਆਪਣੀਆਂ ਕਾਪੀਆਂ ਦੇ ਵਿੱਚ ਲਿਖੋ। ਜੇ ਕਵਿਤਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਤੁਹਾਨੂੰ ਇਸ ਵੀਡੀਓ ਨੂੰ ਵਾਰ-ਵਾਰ ਦੇਖਣਾ ਪਏਗਾ। ਪਾਠ ਅਭਿਆਸ ਲਈ ਕਵਿਤਾ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਫਿਰ ਪਾਠ ਅਭਿਆਸ ਨੂੰ ਪਹਿਲਾਂ ਆਪ ਹੱਲ ਕਰੋ ਅਤੇ ਫਿਰ ਵੀਡੀਓ ਦੇ ਨਾਲ ਮਿਲਾਓ। ਬਹੁਤ-ਬਹੁਤ ਧੰਨਵਾਦ।